ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ ਜਿਸ ਨੇ ਵੇਲਾ ਘੜੀਆਂ ਮੌਕਾ ਸਮਾਂ ਸਾਨੂੰ ਦਿੱਤਾ ਹੈ ਤੇ ਲਿਖਿਆ ਹੈ ਵਕਤ ਦੀ ਕਦਰ ਕਰਿਓ। ਜਿਸ ਨੇ ਵਕਤ ਦੀ ਕਦਰ ਨਾ ਕੀਤੀ ਵਕਤ ਨੇ ਉਹਦੀ ਕਦਰ ਨਹੀਂ ਕਰਨੀ। ਤੇ ਵਕਤ ਦੀ ਕਦਰ ਕਰਦੇ ਹੋਇਆ ਆਪਣੇ ਆਪ ਨੂੰ ਖੁਦਾ ਦੇ ਦੁਸ਼ਮਣ ਵੀ ਨਾ ਬਣਾਈਏ। ਮੇਰੇ ਨਾਲ ਅੱਜ ਤੁਸੀਂ ਵੇਖ ਸਕਦੇ ਹੋ ਯੂਬ ਦੀ ਕਿਤਾਬ 15 ਬਾਬ ਉਸ ਦੀ 23 ਚ ਲਿਖਿਆ ਕਿ ਤੂੰ ਆਪਣੀ ਰੂਹ ਨੂੰ ਖੁਦਾ ਦੀ ਮੁਖਾਲਫਤ ਉੱਤੇ ਇਮਾਦਾ ਕਰਨਾ। ਤੂੰ ਆਪਣੀ ਰੂਹ ਨੂੰ ਖੁਦਾ ਦੀ ਮੁਖਾਲਫਤ ਉੱਤੇ ਇਮਾਦਾ ਕਰਨਾ ਹੈ ਤੇ ਆਪਣੇ ਮੂੰਹ ਦੇ ਵਿੱਚੋਂ ਫਿਰ ਇਹੋ ਜਿਹੀਆਂ ਗੱਲਾਂ ਨਿਕਲ ਦੇਣਾ ਹੈ ਜਿਹੜੀਆਂ ਖੁਦਾ ਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਖੁਦਾ ਤੇਰਾ ਮੁਖਾਲਫ ਹੋ ਜਾਂਦਾ ਹੈ। ਗਲਤੀਆਂ 6 ਬਾਬ 7 ਐਤ ਨੂੰ ਪੜ੍ਹੀਏ ਤੇ ਪੌਲੁਸ ਰਸੂਲ ਕਹਿੰਦਾ ਹੈ ਫਰੇਬ ਨਾ ਖਾਇਓ, ਖੁਦਾ ਠੱਠਿਆਂ 'ਚ ਉਡਾਇਆ ਨਹੀਂ ਹੋ ਜਾਂਦਾ। ਤੇ ਜੋ ਕੁਝ ਕਹਿੰਦਾ ਤੂੰ ਬੋਲਣਾ ਹੈ ਉਹ ਤੈਨੂੰ ਇੱਕ ਦਿਨ ਕੱਟਣਾ ਪੈਣਾ ਹੀ। ਸੋ ਖੁਦਾ ਠੱਠਿਆਂ 'ਚ ਉਡਾਇਆ ਨਹੀਂ ਹੋ ਜਾਂਦਾ। ਕਿਸ ਤਰ੍ਹਾਂ ਅਸੀਂ ਖੁਦਾ ਨੂੰ ਠੱਠਿਆਂ 'ਚ ਉਡਾ ਦਿੰਦੇ ਹਾਂ? ਕਿਉਂਕਿ ਲਿਖਿਆ ਹੈ ਖੁਦਾਵੰਦ ਬਜ਼ੁਰਗ ਤੇ ਬੇਹੱਦ ਸਤਾਇਸ਼ ਦੀ ਉਹੀ ਲਾਇਕ ਹੈ। ਪਰ ਰੋਮੀਓ ਪਹਿਲਾ ਬਾਬ 25 ਚ ਲਿਖਿਆ ਜਿਨ੍ਹਾਂ ਨੇ ਸੱਚ ਨੂੰ ਬਦਲ ਕੇ ਝੂਠ ਬਣਾਇਆ ਤੇ ਬਾਈਬਲ ਦਵਾਈ ਪਾਉਂਦੀ ਹੈ ਲੋਕੋ ਤੁਸੀਂ ਇਹਨਾਂ ਦੀ ਇਬਾਦਤ, ਤੁਸੀਂ ਇਹਨਾਂ ਦੀ ਪ੍ਰਸਤਿਸ਼ ਕਰਨ ਡਏ। ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਖੁਦਾ ਦੀ ਮੁਖਾਲਫਤ ਉੱਤੇ ਇਮਾਦਾ ਕਰਦੇ ਹੋ ਕਿਉਂਕਿ ਪ੍ਰਸਤਿਸ਼ ਤੇ ਉਹਦੀ ਕਰਨ ਦੀ ਜ਼ਰੂਰਤ ਹੈ। ਤੁਸੀਂ ਇਨਸਾਨਾਂ ਦੀ ਪ੍ਰਸਤਿਸ਼ ਕਰਨ ਡਏ ਜਿਹੜੇ ਸੱਚ ਨੂੰ ਬਦਲਣ ਡਏ ਨੇ, ਝੂਠ ਬਣਾਉਂਦੇ ਪਏ ਨੇ। ਬਨਿਸਬਤ ਲਿਖਿਆ ਉਸ ਖਾਲਕ ਦੀ ਕਰਦੇ ਜਿਸ ਨੇ ਤੁਹਾਨੂੰ ਖਲਕ ਕੀਤਾ, ਜਿਸ ਦੇ ਬਾਰੇ ਯਸਾਇਆ 54 ਬਾਬ 5 ਚ ਲਿਖਿਆ ਹੈ ਕਿ ਤੇਰਾ ਖਾਲਕ ਜਿਸ ਨੇ ਤੈਨੂੰ ਖਲਕ ਕੀਤਾ ਉਹ ਤੇਰਾ ਸ਼ੋਹਰ ਹੈ। ਉਹਦਾ ਨਾਂ ਰੱਬਲ ਫਾਜ, ਉਹ ਕੌਮਾਂ ਦਾ ਰੱਬੀ, ਉਸਨੇ ਤੇਰਾ ਫਿਦਿਆ ਦਿੱਤਾ ਹੈ। ਤੇ ਹਿਜ਼ਕੀਏਲ 16 ਬਾਬ 32 ਚ ਲਿਖਿਆ ਤੂੰ ਤੇ ਬਦਕਾਰ ਬੀਵੀ ਦੀ ਮਾਨਤ ਹੈ। ਬਦਕਾਰ ਬੀਵੀ ਦੀ ਮਾਨਤ, ਸ਼ੋਹਰ ਨੂੰ ਤੂੰ ਛੱਡ ਦਿੱਤਾ ਹੈ, ਖਾਲਕ ਨੂੰ ਤੂੰ ਛੱਡ ਦਿੱਤਾ ਹੈ, ਤੂੰ ਤੇ ਬੰਦਿਆਂ ਦੀ ਪੂਜਾ ਕਰਦੀ ਹੈ। ਕਲਾਮ ਤੇਰੇ ਕੋਲ ਮੌਤਬਰ, ਕਲਾਮ ਨੂੰ ਰੱਦ। ਹਾਲਾਂਕਿ ਖੁਦਾ ਇਨਸਾਫ ਮੰਗਦਾ ਹੈ ਮੇਰੇ ਕੋ ਤੁਹਾਡੇ ਕੋ। ਰਸੂਲਾਂ ਦੇ ਮਾਲ 4 ਬਾਬ 17 18 ਤੋਂ 19 ਤੱਕ 20 ਤੱਕ ਪੜ੍ਹੀਏ ਤੇ ਉਹਨਾਂ ਨੇ ਧਮਕੀਆਂ ਲਾਈਆਂ ਰਸੂਲਾਂ ਨੂੰ ਤੇ ਕਹਿਣ ਲੱਗੇ ਇਹ ਨਾਂ ਲੈ ਕੇ ਗੱਲ ਨਾ ਕਰਿਓ। ਤੇ ਪਤਰਸ ਤੇ ਯਹੋਨਾ ਜਿਹੜੇ ਦਲੇਰ ਲੋਕ ਨੇ, ਦਲੇਰ ਲੋਕ ਨਾ ਆਖਿਆ ਇਸ ਤਰ੍ਹਾਂ ਤਾਂ ਨਹੀਂ ਹੋਣਾ, ਇਹ ਜੋ ਕੁਝ ਤੁਸੀਂ ਕਹਿੰਦੇ ਹੋ ਇਹ ਨਹੀਂ ਹੋਣਾ। ਹਾਲਾਂਕਿ ਧਮਕੀਆਂ ਲਾ ਕੇ 17 ਦੇ ਵਿੱਚ ਕਿ ਲੋਕਾਂ ਵਿੱਚ ਜ਼ਿਆਦਾ ਮਸ਼ਹੂਰ ਨਾ ਹੋ ਜਾਣ ਤੇ 8 ਚ ਉਹਨਾਂ ਨੂੰ ਤਕੀਦ ਕਰਦੇ ਯਸੂ ਦਾ ਨਾਂ ਲੈ ਕੇ ਗੱਲ ਨਾ ਕਰਿਓ, ਨਾ ਤਾਲੀਮ ਦਿਓ। ਪਤਰਸ ਤੇ ਯਹੋਨਾ ਨੇ ਜਵਾਬ ਦੇ ਚ ਉਹਨਾਂ ਨੂੰ ਆਖਿਆ ਤੁਸੀਂ ਇਨਸਾਫ ਕਰੋ, ਜ਼ਰਾ ਆਪ ਹੀ ਇਨਸਾਫ ਕਰੋ। ਹਾਂ ਕਹਿੰਦਾ ਕਿ ਖੁਦਾ ਦੇ ਨਜ਼ਦੀਕ ਤੁਹਾਡੀਆਂ ਗੱਲਾਂ ਬਹੁਤ ਜ਼ਰੂਰੀ। ਇੱਕ ਬੰਨੇ ਖੁਦਾ ਹੈ, ਦੂਸਰੇ ਬੰਨੇ ਤੁਸੀਂ ਹੋ। ਖੁਦਾ ਦੇ ਨਜ਼ਦੀਕ ਤੁਹਾਡੀਆਂ ਗੱਲਾਂ ਮੋਤਬਰ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੋਣਾ।
ਤੇ 20 'ਚ ਉਹਨਾਂ ਨੇ ਆਖਿਆ ਮੁਮਕਿਨ ਹੀ ਨਹੀਂ ਕਿ ਅਸੀਂ ਜੋ ਕੁਝ ਵੇਖਿਆ ਤੇ ਸੁਣਿਆ, ਜੋ ਕੁਝ ਵੇਖਿਆ ਤੇ ਸੁਣਿਆ ਉਹ ਅਸੀਂ ਨਾ ਕਹੀਏ। ਆਓ ਜ਼ਰਾ ਅੱਖਾਂ ਨਾ ਵੇਖੀਏ, ਕੰਨਾਂ ਨਾਲ ਸੁਣੀਏ, ਤੇ ਜੋ ਕੁਝ ਵੇਖਿਆ ਤੇ ਸੁਣਿਆ ਫਿਰ ਉਸ ਨੂੰ ਕਹਿ ਦਈਏ ਇਹ ਇਨਸਾਫ। ਅਸੀਂ ਕਹਿੰਦੇ ਨਹੀਂ। ਮਤੀ 10 ਬਾਬ 27 'ਚ ਲਿਖਿਆ ਹੈ, ਜੋ ਕੁਝ ਤੈਨੂੰ ਹਨੇਰੇ 'ਚ ਪਤਾ ਲੱਗਦਾ ਤੂੰ ਉਜਾਲੇ 'ਚ ਕਹਿ, ਜਿਹੜੀ ਗੱਲ ਤੇਰੇ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਜ਼ਬੂਰ 119 ਉਹਦੀ 43 'ਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ, ਮੇਰਾ ਤਮਾਦ ਤੇਰੇ ਕਲਾਮ ਤੇ। ਅਸੀਂ ਲੋਕਾਂ ਦੀਆਂ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਗੱਲਾਂ ਦੀਆਂ, ਉਹ ਜਿਹੜੀਆਂ ਨਾ ਕੋਈ ਲਿਖਤ ਪੜ੍ਹਤ ਵਿੱਚ ਕੁਝ ਵੀ ਨਹੀਂ, ਅਸੀਂ ਉਹਨਾਂ ਦੀਆਂ ਗੱਲਾਂ ਮੰਨਦੇ ਹਾਂ। ਤੇ ਜਿਹੜਾ ਮੋਤਬਰ ਕਲਾਮ ਸਾਡੇ ਕੋਲ ਹੈ, ਤੇ ਯਰਮੀਆਂ 2 ਬਾਬ 31 'ਚ ਲਿਖਿਆ ਹੈ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਅਸੀਂ ਕਲਾਮ ਦਾ ਲਿਹਾਜ਼ ਹੀ ਨਹੀਂ ਕਰਦੇ। ਅਸੀਂ ਕਹਿੰਦੇ ਨਹੀਂ, ਇਹ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕ ਜੋ ਕਹਿੰਦੇ ਆ ਇਹ ਠੀਕ ਹੈ। ਹਾਲਾਂਕਿ ਰਸੂਲਾਂ ਦੇ ਅਮਾਲ 20 ਬਾਬ 28 ਨੂੰ ਪੜ੍ਹੀਏ ਤੇ ਉੱਥੇ ਲਿਖਿਆ ਮਿਲਦਾ ਹੈ ਕਿ ਤੂੰ ਆਪਣੀ ਤੇ ਆਪਣੇ ਗੱਲੇ ਦੀ, ਤੂੰ ਆਪਣੀ ਵੀ ਤੇ ਆਪਣੇ ਗੱਲੇ ਦੀ ਵੀ ਨਿਗਹਿਬਾਨੀ ਕਰਨੀ ਹੈ। ਉਹ ਅਸੀਂ ਭਰਾਓ ਮਾਲਕ ਨਹੀਂ ਇਸ ਗੱਲੇ ਦੇ। ਮੰਨਨੇ ਆ ਕਿ ਬੱਚੇ ਰੱਬ ਨੇ ਸਾਨੂੰ ਦਿੱਤੇ ਆ, ਪਰ ਮਾਲਕ ਉਹ ਹੈ। ਕਿਉਂਕਿ ਜ਼ਬੂਰ 127 3 'ਚ ਲਿਖਿਆ, ਦੇਖੋ ਔਲਾਦ ਖੁਦਾ ਦੀ ਤਰਫੋਂ ਮਿਰਾਸ। ਅਸੀਂ ਇੱਥੇ ਮਾਲਕ ਬਣ ਕੇ ਬਹਿ ਗਏ ਤੇ ਅਸੀਂ ਜੋ ਚਾਹੁੰਦੇ ਆ ਉਹ ਕਰਨੇ ਆ। ਹਾਲਾਂਕਿ ਲਿਖਿਆ 28 'ਚ ਰਸੂਲਾਂ ਦੇ ਅਮਾਲ 20 ਬਾਬ 28 'ਚ, ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਤੂੰ ਕਰਨੀ ਹੈ, ਕਿਉਂਕਿ ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ। ਨਿਗਹਿਬਾਨ ਤੂੰ ਤਾਂ ਸਿਰਫ ਨਿਗਹਿਬਾਨ ਆ। ਇਹ ਕਲੀਸੀਆ ਤੇ ਖੁਦਾ ਦੀ ਹੈ, ਇਹ ਬੱਚੇ ਤੇ ਖੁਦਾ ਨੇ ਦਿੱਤੇ ਨੇ, ਜਿਨ੍ਹਾਂ ਤੇ ਤੂੰ ਇਸ ਗੱਲ ਨੂੰ ਸਮਝਣਾ ਹੈ ਕਿ ਮੈਂ ਜਿਵੇਂ ਚਾਹਾਂ ਕਰਾਂ, ਮੈਂ ਖੁਦਾ ਦੇ ਕਲਾਮ ਨੂੰ ਰੱਦ ਕਰਾਂ, ਉਹਦੀ ਮਿਰਾਸ ਨੂੰ ਤਬਾਹ ਕਰ ਦਿਆਂ, ਉਹਦੀ ਮਿਰਾਸ ਨੂੰ ਤਬਾਹ ਕਰ ਦਿਆਂ, ਉਹਨਾਂ ਨੂੰ ਮੁਜਰਮ ਬਣਾ ਦਿਆਂ। ਮੋਤਬਰ ਕਲਾਮ ਕੋਲ ਆਪਣੀ ਰੂਹ ਨੂੰ ਖੁਦਾ ਦੀ ਮੁਖਾਲਫਤ ਉਤੇ ਮਾਦਾ ਕਰਨੇ। ਦੂਸਰਾ ਪਤਰਸ 1 ਬਾਬ 19 'ਚ ਲਿਖਿਆ, ਤੁਹਾਡੇ ਕੋਲ ਨਬੀਆਂ ਦੀ ਮਾਰਫਤ ਲਿਖਿਆ ਮੋਤਬਰ ਕਲਾਮ। ਤੇ ਅੱਗੇ ਲਿਖਿਆ, ਤੁਸੀਂ ਚੰਗਾ ਕਰਦੇ ਜਿਹੜਾ ਕਲਾਮ ਉੱਤੇ ਗੌਰ ਕਰਦੇ ਹੋ, ਫਿਰ ਕਿ ਕਲਾਮ ਹੀ ਇੱਕ ਚਿਰਾਗ ਹੈ ਜਿਹੜਾ ਹਨੇਰੀ ਜਗ੍ਹਾ 'ਚ ਚਾਨਣ ਪੈਦਾ ਕਰ ਦੂ, ਜਦੋਂ ਤੱਕ ਉਹ ਨਾ ਫੁੱਟੇ ਤੇ ਸੁਬਹ ਦਾ ਸਿਤਾਰਾ ਤੁਹਾਡੇ ਦਿਲਾਂ 'ਚ ਨਾ ਚਮਕੇ। ਤੇ ਆਓ ਫਿਰ ਅੱਜ ਮੌਕਾ ਹੈ, ਨਬੀਆਂ ਦੀ ਮਾਰਫਤ ਲਿਖਿਆ ਮੋਤਬਰ ਕਲਾਮ ਹੈ। ਦੂਸਰੇ ਬਨੇ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕ ਨੇ। ਪਹਿਲਾ ਤੀਮੋਥੀਉਸ 6 ਬਾਬ 3 'ਚ ਲਿਖਿਆ ਹੈ, ਅਗਰ ਕੋਈ ਸ਼ਖਸ ਔਰ ਤਰ੍ਹਾਂ ਦੀ, ਇੱਕ ਬਨੇ ਸ਼ਖਸ ਇੱਕ ਬਨੇ ਖੁਦਾ, ਅਗਰ ਕੋਈ ਸ਼ਖਸ ਔਰ ਤਰ੍ਹਾਂ ਦੀ ਤਾਲੀਮ ਲੈਂਦਾ ਹੈ ਤੇ ਉਹ ਗੱਲਾਂ ਜਿਹੜੀਆਂ ਖੁਦਾਵੰਦ ਯਿਸੂ ਮਸੀਹ ਦੇ ਮੂੰਹ ਦੀਆਂ ਹੈ ਉਹਨਾਂ ਨੂੰ ਨਹੀਂ ਮੰਨਦਾ, ਜਿਹੜੀਆਂ ਦੀਨਦਾਰੀ ਦੇ ਮੁਤਾਬਕ ਹੈ, ਲਿਖਿਆ ਉਹ ਮਗਰੂਰ ਹੈ ਤੇ ਕੁਝ ਵੀ ਨਹੀਂ ਜਾਣਦਾ। ਉਹਨੂੰ ਲਫ਼ਜ਼ੀ ਤਕਰਾਰ ਦਾ ਮਰਜ਼ ਹੈ, ਉਹਨੂੰ ਬਹਿਸ ਤੇ ਲਫ਼ਜ਼ੀ ਤਕਰਾਰ ਦਾ ਮਰਜ਼ ਹੈ, ਜਿਹਦੇ ਨਾਲ ਹਸਦ, ਝਗੜੇ ਤੇ ਬਦਗੋਈਆਂ ਤੇ ਬਦਗੁਮਾਨੀਆਂ ਪੈਦਾ ਹੁੰਦੀਆਂ, ਤੇ ਉਹਨਾਂ ਬੰਦਿਆਂ ਦੀ ਰੱਦੋ ਬਦਲ ਦੀ ਵਜ੍ਹਾ ਨਾਲ ਪੈਦਾ ਹੁੰਦਾ ਹੈ ਜਿਨ੍ਹਾਂ ਦੀ ਅਕਲ ਵਿਗੜੀ ਹੋਈ ਹੈ। ਇੱਕ ਬੰਨੇ ਅਕਲ ਵਿਗੜੀ ਹੋਏ ਵਾਲੇ ਲੋਕ ਜਿਹਨਾਂ ਚੁੱਕ ਕੇ ਬੱਚੇ ਦਾ ਬਪਤਿਸਮਾ ਬਣਾ ਦਿੱਤਾ, ਦੂਸਰੇ ਬੰਨੇ ਉਹਦੇ ਪੁੱਤਰ ਦੀਆਂ ਗੱਲਾਂ। ਮਰਕਸ 16 ਬਾਬ 16 'ਚ ਲਿਖਿਆ, ਜਿਹੜਾ ਈਮਾਨ ਲਿਆ ਵੀ ਉਹ ਬਪਤਿਸਮਾ ਲੈ ਉਹ ਨਜਾਤ ਪਾਊ, ਜਿਸ ਨੂੰ ਅਸੀਂ ਰੱਦ ਕਰਕੇ
ਤੇ ਫਿਰ ਉਹਨਾਂ ਨੂੰ ਬਪਤਿਸਮਾ ਦਿਵਾਉਣੇ ਜਿਹੜਾ ਈਮਾਨ ਨਹੀਂ ਲਿਆਉਂਦਾ, ਯਾਨੀ ਬੱਚਿਆਂ ਨੂੰ। ਹਾਲਾਂਕਿ ਇਬਰਾਨੀਓ 5 ਬਾਬ 13 ਚ ਲਿਖਿਆ, ਦੁੱਧ ਪੀਂਦੇ ਨੂੰ ਰਾਸਤਬਾਜ਼ੀ ਦੇ ਕਲਾਮ ਦਾ ਤਜਰਬਾ ਨਹੀਂ, ਉਹ ਬੱਚਾ ਹੈ। ਰਸੂਲਾਂ ਦੀ ਇਮਾਲ 2 ਬਾਬ 40 ਤੋਂ ਪੜ੍ਹੀਏ ਤੇ ਲਿਖਿਆ ਹੈ, ਮੁਕੱਦਸ ਪਤਰਸ ਨੇ ਜਤਾ ਜਤਾ ਕੇ ਲੋਕਾਂ ਨੂੰ ਦੱਸਿਆ ਕਿ ਆਪਣੇ ਆਪ ਨੂੰ ਟੇਢੀ ਕੌਮ, ਉਹ ਸੱਪ ਦੀ ਚਾਲ ਚੱਲਣ ਵਾਲਿਆਂ ਤੋਂ, ਟੇਢੀ ਕੌਮ ਤੋਂ ਬਚਾਇਓ। ਅਸੀਂ ਬਚਾਉਂਦੇ ਹੀ ਨਹੀਂ, ਅਸੀਂ ਉਹਨਾਂ ਨੂੰ ਪੂਜਨੇ ਆ। ਰੱਬ ਨੇ ਆਖਿਆ ਕਲਾਮ 'ਚ ਬਚਾਇਓ ਆਪਣੇ ਆਪ ਨੂੰ, ਤੇ ਲਿਖਿਆ ਜਿਨ੍ਹਾਂ ਲੋਕਾਂ ਨੇ ਕਲਾਮ ਨੂੰ ਕਬੂਲ ਕੀਤਾ ਉਹਨਾਂ ਨੇ ਬਪਤਿਸਮਾ ਲਿਆ ਸੀ। ਸੋ ਬਾਈਬਲ ਦਾ ਤਰੀਕਾਕਾਰ ਵੇਖੀਏ, ਲੇਕਿਨ ਅਫਸੋਸ ਕਿ ਖਾਲਕ ਨੂੰ ਛੱਡ ਕੇ, ਉਹਦੇ ਕਲਾਮ ਨੂੰ ਛੱਡ ਕੇ, ਬਲਕਿ ਉਹਦੇ ਕਲਾਮ ਦੀ ਮੁਖਾਲਫਤ ਕਰ ਰਹੇ ਆ। ਨਿਗੇਬਾਨ ਆ, ਮਾਲਕ ਨਿਗੇ। ਰੂਲ ਕੁਦਸ ਨੇ ਤਾਂ ਸਿਰਫ ਨਿਗੇਬਾਨ ਠਹਿਰਾਇਆ, ਲਿਖਿਆ ਖੁਦਾ ਦੀ ਕਲੀਸਿਆ ਆਈ, ਤੂੰ ਚੰਦ ਦਿਲ ਨਹੀਂ, ਨਿਗੇਬਾਨ ਆ। ਇਹਨਾਂ ਦੀ ਨਿਗੇਬਾਨੀ ਕਰਨੀ ਹੈ। ਤੈਨੂੰ ਹੱਕ ਨਹੀਂ ਪਹੁੰਚਦਾ ਕਿ ਇਹਨਾਂ ਨੂੰ ਚੁੱਕ ਕੇ ਮੁਜਰਮ ਬਣਾਵੇ, ਤੇ ਅਸੀਂ ਬੱਚਿਆਂ ਨੂੰ ਬਪਤਿਸਮਾ ਦਵਾ ਕੇ ਤੇ ਮੁਜਰਮ ਬਣਾ ਦਿੰਦੇ ਹਾਂ। ਤੇ ਜ਼ਬੂਰ ਵੀ ਕਹਿੰਦਾ, ਪੁੱਛ ਕਰਦਾ ਖੂਨ ਦੀ, ਜਦ ਉਹਨਾਂ ਨੂੰ ਯਾਦ ਕਰਦਾ, ਤੈਨੂੰ ਔਲਾਦ ਦਿੱਤੀ ਸੀ, ਤੈਨੂੰ ਮਿਰਾਸ ਦਿੱਤੀ ਸੀ, ਮੈਂ ਖੂਨ ਕਰ ਦਿੱਤਾ ਜੀ ਉਹਨਾਂ ਦਾ, ਮੈਂ ਮੁਜਰਮ ਬਣਾ ਦਿੱਤਾ। ਕਦੀ ਜ਼ਰਾ ਖੁਦਾ ਦੇ ਕਲਾਮ ਦੇ ਵਿੱਚੋਂ ਜ਼ਬੂਰ 109 ਦੀ 7 ਐਤ ਨੂੰ ਪੜ੍ਹੀਏ, ਕਿਉਂਕਿ ਅਸੀਂ ਕਹਿੰਦੇ ਖੁਦਾ ਦੀ ਅਦਾਲਤ ਆਉਣੀ ਹੈ। ਜ਼ਬੂਰ ਨੂੰ ਵੀ ਕਹਿੰਦਾ ਹੈ, ਜਦੋਂ ਉਹਦੀ ਅਦਾਲਤ ਹੋਏਗੀ, ਜਿਨ੍ਹਾਂ ਨੂੰ ਮੁਜਰਮ ਬਣਾਇਆ ਉਹਨਾਂ ਮੁਜਰਮ ਹੀ ਰਹਿਣਾ, ਤੇ ਮੁਜਰਮਾਂ ਦੀ ਦੁਆ ਵੀ ਗੁਨਾਹ ਗਿਣੀ ਜਾਣੀ ਹੈ। ਕਿਉਂਕਿ ਉਹ ਤੇਰੇ, ਤੂੰ ਜੋ ਕਹਿਤਾ ਬੱਚੇ ਇਹੋ ਕੁਝ ਹੀ ਕਹੀ ਆਉਣ ਡਏ ਆ। ਜੇ ਤੂੰ ਮੰਨਦਾ, ਤੂੰ ਆਪਣੇ ਬੱਚਿਆਂ ਨੂੰ ਦੱਸਦਾ, ਇਸ਼ਤਿਸ਼ਨਾ 6 ਬਾਬ 4 ਐਤ ਤੋਂ ਪੜ੍ਹੀਏ ਨਾ, ਤੇ ਲਿਖਿਆ, ਸੋਨਾ ਇਸਰਾਇਲ ਤੇਰਾ ਰੱਬ ਇੱਕੋ ਹੀ, ਆਪਣੇ ਰੱਬ ਨੂੰ ਪੂਰੇ ਦਿਲੋਂ, ਜਾਨ, ਤਾਕਤ ਨਾਲ ਪਿਆਰ ਕਰੀ, ਤੇ ਉਹ ਗੱਲਾਂ ਜਿਹੜੀਆਂ ਤੂੰ ਵੇਖ ਲਵੇਂ। ਰਸੂਲਾਂ ਦੇ ਮਾਲ ਦੇ ਵਿੱਚ ਵੀ 4 ਬਾਬ 20 ਐਤ ਦੇ ਵਿੱਚ ਕਿਹਾ ਗਿਆ, ਜੋ ਕੁਝ ਅਸੀਂ ਸੁਣਿਆ ਤੇ ਵੇਖਿਆ, ਮੁਮਕਿਨ ਹੀ ਨਹੀਂ ਅਸੀਂ ਹੋਰ ਗੱਲ ਕਰੀਏ, ਅਸੀਂ ਉਹੋ ਹੀ ਕਰਨੀ ਹੈ। ਇਸ਼ਤਿਸ਼ਨਾ 6 ਬਾਬ 4 ਐਤ 'ਚ ਲਿਖਿਆ ਹੈ, ਸੋਨਾ ਇਸਰਾਇਲ ਤੇਰਾ ਰੱਬ ਇੱਕੋ ਹੀ, ਆਪਣੇ ਰੱਬ ਨੂੰ ਪੂਰੇ ਦਿਲੋਂ, ਜਾਨ, ਤਾਕਤ ਨਾਲ ਪਿਆਰ ਕਰੀ। ਦੁਨੀਆ ਤੇ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕਾਂ ਨੂੰ ਰੱਬ ਨਾ ਬਣਾਈ, ਇਹਨਾਂ ਨਾ ਪੂਜੀ। ਕਿਉਂਕਿ ਰੋਮੀਓ ਪਹਿਲਾ ਬਾਬ 25 ਐਤ 'ਚ ਲਿਖਿਆ ਹੈ, ਤੂੰ ਬੰਦਿਆਂ ਨੂੰ ਪੂਜਣਾ ਹੈ, ਬੰਦਿਆਂ ਦੀ ਇਬਾਦਤ ਕਰਨਾ ਹੈ। ਤੇ ਇਸੇ ਕਰਕੇ ਉਹਨੇ ਆਖਿਆ, ਇੱਕੋ ਰੱਬ ਹੀ, ਦਿਲੋਂ, ਜਾਨ, ਤਾਕਤ ਨਾਲ ਉਹਨੂੰ ਹੀ ਪਿਆਰ ਕਰੀ। ਤੇ ਜਿਹੜੀਆਂ ਗੱਲਾਂ ਵੇਖੇ ਤੇਰੇ ਦਿਲ ਤੇ ਨਕਸ਼ ਹੋ ਜਾਣ, ਨਕਸ਼ ਅੱਲਾਹ ਦੇ ਜ਼ਿਹਨ ਨਸ਼ੀਨ ਕਰਵਾਵੀਂ। ਘਰ ਬੈਠਿਆਂ, ਰਾਹ ਚੱਲਦਿਆਂ, ਲੇਟਦਿਆਂ, ਉੱਠਦੇ ਵੇਲੇ ਇਹਨਾਂ ਗੱਲਾਂ ਦਾ ਜ਼ਿਕਰ ਕਰੀ ਕਿ ਪੁੱਤਰੋ ਸ਼ਿਕਾਰੀ ਲੋਕਾਂ ਤੋਂ ਬਚਣਾ ਹੀ, ਪੁੱਤਰੋ ਲੂੰਬੜੀਆਂ ਬਘਿਆੜਾਂ ਤੋਂ ਬਚਣਾ ਹੀ, ਬਲਾਵਾਂ ਤੋਂ ਬਚਣਾ ਹੀ, ਆਪਣੀ ਔਲਾਦ ਨੂੰ ਹੁਸ਼ਿਆਰ ਕਰਨਾ ਹੈ, ਕਲਾਮ ਦੇ ਨਾਲ ਕਰਨਾ ਹੈ। ਕਿਉਂਕਿ ਇਫਸੀਓਂ 6 ਬਾਬ 4 ਐਤ 'ਚ ਆਖਿਆ ਹੈ, ਔਲਾਦ ਵਾਲੋ ਆਪਣੀ ਔਲਾਦ ਨੂੰ ਦੇਖ ਨਾ ਕਰਿਓ, ਬਲਕਿ ਖੁਦਾਵੰਦ ਦੇ ਵਿੱਚ ਤਰਬੀਅਤ ਤੇ ਨਸੀਹਤ ਦੇ ਕੇ ਇਹਨਾਂ ਦੀ ਪਰਵਰਿਸ਼ ਕਰਿਓ, ਤਾਂ ਕਿ ਗਾਂ ਕਿਸੇ ਦੇ ਕਾਬੂ ਨਾ ਆ ਜਾਣ। ਤੇ ਫਿਰ ਖੁਦਾ ਦੇ ਕਲਾਮ ਦੇ ਵਿੱਚ ਅਸੀਂ ਸੁਣ ਚੁੱਕੇ ਹਾਂ, ਜ਼ਬੂਰ 109 ਦੀ 7 ਐਤ 'ਚ ਲਿਖਿਆ, ਜਦੋਂ ਦੀ ਅਦਾਲਤ ਹੋਏਗੀ, ਉਹ ਜਿਹੜੇ ਮੁਜਰਮ ਹੀ ਰਹਿਣੇ ਨੇ। ਲਿਖਿਆ, ਉਹਨਾਂ ਦੀ ਦੁਆ ਵੀ ਗੁਨਾਹ ਗਿਣੀ ਜਾਣੀ ਨੇ, ਦੁਆ ਵੀ ਗੁਨਾਹ ਗਿਣੀ ਜਾਵੇਗੀ। ਤੇ ਗੁਨਾਹ ਦੀ ਮਜ਼ਦੂਰੀ ਕੀ ਹੈ? ਮੌਤ। ਉਹ ਸਾਨੂੰ ਤੇ ਨਿਗਹਿਬਾਨ ਬਣਾਇਆ ਹੈ, ਅਸੀਂ ਚੁੱਕ ਕੇ ਬੱਚਿਆਂ ਨੂੰ ਕੀ ਕਰਨ ਡਏ? ਮੁਜਰਮ ਬਣਾਉਣ ਡਏ, ਤਾਂ ਕਿ ਉਹ ਦੁਆਵਾਂ ਵੀ ਕਰਨ, ਉਹਨਾਂ ਦੀਆਂ ਦੁਆਵਾਂ ਵੀ ਗੁਨਾਹ ਗਿਣੀਆਂ ਜਾਣ। ਇਸ ਕਰਕੇ ਇਸ਼ਤਿਸ਼ਨਾ 32 ਬਾਬ 29 ਐਤ 'ਚ ਲਿਖਿਆ ਹੈ, ਕਾਸ਼ ਅਕਲਮੰਦ ਹੁੰਦੇ ਤੇ ਸਮਝ ਜਾਂਦੇ, ਆਪਣੀ ਆਕਬਤ ਉੱਤੇ ਗੌਰ ਕਰਦੇ ਕਿ ਅਸੀਂ ਕੀ ਕਰਨ ਡਏ ਆ। ਕਿਉਂਕਿ ਅਸੀਂ ਆਪਣੀ ਰੂਹ ਨੂੰ ਖੁਦਾ ਦੀ ਮੁਖਾਲਫਤ ਉੱਤੇ, ਖੁਦਾ ਦੇ ਕਲਾਮ ਦੇ ਖਿਲਾਫ ਕਰਨ ਡਏ ਆ। ਤੇ ਆਓ ਆਪਣੀ ਇਸ ਦਾਨਿਸ਼ਮੰਦੀ ਤੋਂ ਬਾਜ਼ ਆਈਏ, ਬਲਕਿ ਕਹੀਏ, ਖੁਦਾਵੰਦ ਮੇਰੇ ਕੋ ਗਲਤ ਹੋਇਆ, ਔਲਾਦ ਤੇ ਤੇਰੀ ਤਰਫੋਂ ਮੇਰਾ ਸੀ, ਮੈਂ ਹਾਕਮ ਸਮਝ ਬੈਠਾ,
ਤੇ ਮੈਂ ਕਿਹਾ ਨਹੀਂ, ਕਲਾਮ ਦੀ ਮੈਂ ਨਹੀਂ ਮੰਨਣੀ, ਮੈਂ ਇਹਨਾਂ ਨੂੰ ਬਪਤਿਸਮਾ ਦਵਾਉਣਾ ਹੀ ਦਵਾਉਣਾ, ਇਹਨਾਂ ਨੂੰ ਮੁਜਰਮ ਬਣਾਉਣਾ ਹੀ ਬਣਾਉਣਾ ਹੈ। ਆਪਣੀ ਇਸ ਅਕਲਮੰਦੀ ਤੋਂ ਬਾਜ਼ ਆਈਏ, ਬਲਕਿ ਆਪਣੇ ਆਪ ਨੂੰ ਕਲਾਮ ਦੇ ਸਪੁਰਦ ਕਰੀਏ ਤਾਂ ਕਿ ਰੱਬ ਸਾਨੂੰ ਬਰਕਤ ਦੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਨੂੰ ਮੈਂ ਪੂਰੀ ਦਿਆਨਤਦਾਰੀ ਨਾਲ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ। ਤੇਰਾ ਕਲਾਮ ਲੋਕਾਂ ਦੀਆਂ ਅੱਖਾਂ ਖੋਲੇ, ਲੋਕ ਬਰਕਤ ਪਾਉਣ, ਆਪਣੀ ਆਪ ਬਚਣ, ਆਪਣੀਆਂ ਨਸਲਾਂ ਨੂੰ ਬਚਾਉਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਵੀ ਕਲਾਮ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ। ਖੁਦਾ ਤੈਨੂੰ ਬਰਕਤ ਦੇਵੇ।